कोरोना का इंजेक्शन आ गया है और आज रस्मी तौर पर इसे पहले चरण में हेल्थ वर्कर्स को लगाने की शुरुआत कर दी गई है। मुख्यमंत्री कैप्टन अमरिंदर सिंह ने वर्चुअली मोहाली के सिविल अस्पताल से इस कोरोना के टीकों को लॉन्च किया, जबकि मेडिकल रिसर्च एंड एजुकेशन विभाग के मंत्री ओम प्रकाश सोनी की ओर से स्थानीय सिविल अस्पताल में कोरोना के इस इंजेक्शन को लॉन्च किया गया। उन्होंने कहा कि कोरोना का ये इंजेक्शन पूरी तरह से सेफ है, लेकिन लोग दूसरी डोज लगवाना ना भूलें। पहले चरण में हेल्थ वॉरियर्स को ये इंजेक्शन लगाया जाना है और अमृतसर में 20,000 से अधिक कोरोना के टीके की डोज पहुंच चुकी है। उन्होंने ये भी कहा कि जब उनकी बारी आएगी तो वह खुद भी ये टीका जरूर लगवाएंगे। इससे पहले मुख्यमंत्री कैप्टन अमरिंदर सिंह की ओर से यह कहा गया था कि यदि किसी को थोड़ी सी एलर्जी होती है इस टीके को लगवाने के बाद तो घबराएं नहीं, ये इंजेक्शन पूरी तरह से सेफ है और साइंटिस्टों की ओर से इसे तैयार किया गया है। सोनी ने भी लोगों से अपील की कि इस टीके को लेकर वह घबराएं नहीं, ये इंजेक्शन पूरी तरह से सुरक्षित है और इसके पूरे ट्रायल भी हो चुके हैं। ਅੱਜ ਜਿਹੜੀ ਚੀਜ਼ ਦੀ ਸਾਨੂੰ ਬਹੁਤ ਇੰਤਜ਼ਾਰ ਸੀ, ਜਿਹੜੀ ਵੈਕਸੀਨ ਕਰੋਨਾ ਦੀ, ਸੋ ਪਿਛਲਾ ਸਾਲ ਜਿਹੜਾ ਸਾਡਾ ਸੀਗਾ ਬੜਾ ਚੁਣੌਤੀਆਂ ਭਰਿਆ ਸਾਲ ਲੰਘਿਆ। ਕਰੋਨਾ ਦੀ ਮਹਾਮਾਰੀ ਦਾ ਜਿਸ ਤਰ੍ਹਾਂ ਅਸੀਂ ਸਾਰੇ ਪੰਜਾਬ 'ਚ ਸੀਐਮ ਸਾਹਿਬ ਦੀ ਯੋਗ ਅਗਵਾਈ 'ਚ ਕਰੋਨਾ ਦੀ ਲੜਾਈ ਲੜੀ ਆ, ਜਿਹਦੇ 'ਚ ਸਾਰਿਆਂ ਦੇ ਬੜਾ ਵੱਡਾ ਯੋਗਦਾਨ ਆ। ਮੈਂ ਸਮਝਦਾ ਸੋ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਆ ਪਹਿਲੋਂ ਇਸ ਲੜਾਈ 'ਚ। ਪਰ ਮੇਨ ਜਿਹੜਾ ਸੀਗਾ, ਜਿਹੜੀ ਵੈਕਸੀਨ ਜਿੰਨਾ ਚਿਰ ਨਹੀਂ ਸੀ ਆਉਂਦੀ ਉਹਨਾਂ ਚਿਰ 100% ਅਸੀਂ ਇਹ ਲੜਾਈ ਜਿੱਤ ਨਹੀਂ ਸੀ ਸਕਦੇ। ਪਰ ਅੱਜ ਦਾ ਦਿਨ ਜਿਹੜਾ ਸਾਡੇ ਦੇਸ਼ ਲਈ ਬੜਾ ਇਤਿਹਾਸਕ ਦਿਨ ਹੈ। ਅੱਜ ਜਿਹੜਾ ਟੀਕਾਕਰਨ ਹੈ ਵੈਕਸੀਨ ਦਾ, ਉਹਦੀ ਸ਼ੁਰੂਆਤ ਜਿਹੜੀ ਆ ਉਹ ਸਾਰੇ ਹਿੰਦੁਸਤਾਨ 'ਚ ਅੱਜ ਹੋਈ ਆ। ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਸ਼ੁਰੂਆਤ ਕੀਤੀ ਆ ਸਾਰੇ ਦੇਸ਼ 'ਚ ਹੀ ਅੱਜ ਇਸ ਟੀਕਾਕਰਨ ਦੀ। ਪੰਜਾਬ 'ਚ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਸ਼ੁਰੂਆਤ ਕੀਤੀ ਆ। ਸੋ ਅੰਮ੍ਰਿਤਸਰ ਡਿਸਟ੍ਰਿਕਟ 'ਚ ਅੱਜ ਅਸੀਂ ਇੱਥੇ ਇਹਦੀ ਸ਼ੁਰੂਆਤ ਕੀਤੀ ਆ। ਸੋ ਮੈਂ ਸਮਝਣਾ ਬੜਾ ਇਤਿਹਾਸਕ ਦਿਨ ਆ। ਅੱਜ ਟੀਕਾਕਰਨ ਜਿਹੜਾ ਹੋ ਰਿਹਾ ਅੰਮ੍ਰਿਤਸਰ 'ਚ 3 ਸੈਂਟਰ ਜਿਹੜੇ ਨੇ ਉਹ ਅੰਮ੍ਰਿਤਸਰ ਡਿਸਟ੍ਰਿਕਟ 'ਚ ਬਣਾਏ ਨੇ। ਇੱਕ ਇਹ ਸਿਵਲ ਹਸਪੀਟਲ ਜਿੱਥੇ ਅੱਜ ਸ਼ੁਰੂਆਤ ਕੀਤੀ ਆ, ਮੈਡੀਕਲ ਕਾਲਜ ਅੰਮ੍ਰਿਤਸਰ ਸਾਡਾ ਉੱਥੇ ਸ਼ੁਰੂਆਤ ਕੀਤੀ ਆ। ਤੀਸਰਾ ਜਿਹੜਾ ਸਾਡਾ ਇੱਕ ਹੈਲਥ ਦਾ ਸੈਂਟਰ ਆ ਵੇਰਕਾ, ਉੱਥੇ ਸ਼ੁਰੂਆਤ ਕੀਤੀ ਆ। ਅੱਜ ਤਕਰੀਬਨ ਜਿਹੜਾ 300 ਜਿਹੜੇ ਸਾਡੇ ਹੈਲਥ ਵਰਕਰ ਜਿਹੜੇ ਨੇ ਉਹਨਾਂ ਨੂੰ ਅੱਜ ਜਿਹੜਾ ਹਰ ਇੱਕ ਸੈਂਟਰ 'ਚ 100 ਦੇ ਕਰੀਬ ਜਿਹੜੇ ਨੇ ਅਸੀਂ ਆਪਣੇ ਹੈਲਥ ਕੇਅਰ ਵਰਕਰਸ ਨੂੰ ਟੀਕਾਕਰਨ ਅੱਜ ਕੀਤਾ ਜਾ ਰਿਹਾ, ਸ਼ੁਰੂਆਤ ਕਰਤੀ ਆ। ਸੋ ਮੈਂ ਸਮਝਦਾ ਤਕਰੀਬਨ ਇਹ ਸਾਰੇ ਸੈਂਟਰਾਂ 'ਚ ਜਿਹੜੀ ਡੋਜ਼ ਆ ਚੁੱਕੀ ਹੈ, ਵੈਕਸੀਨ ਆ ਚੁੱਕੀ ਆ। 20,800 ਦੇ ਕਰੀਬ ਜਿਹੜੇ ਨੇ ਅਸੀਂ ਆਪਣੇ ਹੈਲਥ ਵਰਕਰਾਂ ਨੂੰ ਇਹ ਕਵਰ ਕਰਾਂਗੇ। ਸੋ ਬਾਕੀ ਵੀ ਸਾਰਿਆਂ ਨੂੰ ਲੱਗਣਾ, ਆਸਤੇ ਆਸਤੇ ਸਾਰਿਆਂ ਨੂੰ ਇਹ ਟੀਕਾਕਰਨ ਕਰਨਾ। ਸੋ ਮੈਂ ਸਮਝਦਾ ਇਹ ਬੜਾ ਹੀ ਜਿਹੜਾ ਬੜੀ ਵੱਡੀ ਅਚੀਵਮੈਂਟ ਆ ਸਾਡੇ ਦੇਸ਼ ਲਈ ਜਿਹੜੀ ਵੈਕਸੀਨ ਬਣੀ ਆ। ਸੋ ਬੜੀ ਚੰਗੀ ਹੈ, ਇਹਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ। ਸੋ ਸਾਰਿਆਂ ਨੂੰ ਲਵਾਉਣ ਦੀ ਲੋੜ ਆ, ਸਾਰੇ ਲਵਾ ਸਕਦੇ ਨੇ। ਪਹਿਲੋਂ ਜਿਹੜੀ ਆ ਉਹ ਸਾਡੇ ਹੈਲਥ ਕੇਅਰ ਵਰਕਰਸ ਨੂੰ ਲੱਗਣੀ ਆ, ਜਿਹਦੇ 'ਚ ਸਾਡੇ ਹੇਠਲੇ ਲੈਵਲ ਤੋਂ ਲੱਗ ਕੇ ਸਾਡੇ ਡਾਕਟਰ ਸਾਹਿਬਾਨ ਸਾਰੇ, ਅਫਸਰ ਸਾਹਿਬਾਨ ਸਾਰੇ ਇਹਦੇ 'ਚ ਕਵਰ ਹੋਣਗੇ। ਉਸ ਤੋਂ ਬਾਅਦ ਪੁਲਿਸ ਦੇ ਜਿਹੜੇ ਸਾਡੇ ਵਲੰਟੀਅਰ ਦੇ ਜਿਹੜੇ ਫੋਰਸ ਆ ਸਾਰੀ ਉਹ ਕਵਰ ਹੋਏਗੀ। ਫਿਰ ਸਾਰਿਆਂ ਨੂੰ ਇਹ ਟੀਕਾਕਰਨ ਮਿਲੇਗਾ। ਬਸ ਹੁਣ ਸ਼ੁਰੂਆਤ ਜਿਹੜੀ ਅੱਜ ਹੋ ਗਈ ਹੈ, ਚੱਲਦਾ ਹੀ ਰਹਿਣਾ ਕੰਮ ਜੀ। ਸੋਨੀ ਸਾਹਿਬ, ਲੋਕਾਂ ਨੂੰ ਕਾਫੀ ਸ਼ੰਕਾਵਾਂ ਨੇ ਜੀ ਇੰਜੈਕਸ਼ਨ ਲਗਵਾ ਕੇ। ਸੀਐਮ ਸਾਹਿਬ ਨੇ ਵੀ ਜਿਹਨੇ ਕਿਹਾ ਵੀ ਸ਼ੰਕਾਵਾਂ ਵੇਖੋ ਕੋਈ ਗੱਲ ਕੋਈ ਇਹ ਅਫਵਾਹਾਂ ਨੇ ਜਿਹੜੀ ਇਹ ਬੜੀ ਸੇਫ ਜਿਹੜੀ ਆ ਮੈਡੀਸਨ ਆ, ਇਹ ਜਿਹੜੀ ਵੈਕਸੀਨ ਆਈ ਆ ਬੜੀ ਸੇਫ ਆ, ਕੋਈ ਇਹੋ ਜਿਹੀ ਗੱਲ ਨਹੀਂ। ਸਾਰਾ ਕੁਝ ਚੈੱਕ ਕਰਕੇ ਹੋ ਰਿਹਾ। ਇਹ ਨਹੀਂ ਕਿ ਬਿਨਾਂ ਚੈਕਿੰਗ ਤੋਂ ਜਿਹੜੀ ਆ ਜਾਂ ਚੈੱਕ ਕਰਨ ਤੋਂ ਬਗੈਰ ਲੱਗ ਰਹੀ ਆ।
बड़े बड़े जो डॉक्टर जिन्हों की इन्वॉल्वमेंट है, ये कोई भी वैक्सीन आती है, कोई भी मैडिसिन आती है, वो सारा कुछ वेख के आती है। सारा सिस्टम ठीक चलेगा, घबराने की लोड़ नहीं। सो अफवाहों तो बचन की लोड़ है। कर्मचारियों ਦੇ ਵਿੱਚ ਤਾਂ ਕੋਈ ਸ਼ੰਕਾ ਨਹੀਂ, ਸਿਹਤ ਕਰਮਚਾਰੀ ਤਾਂ ਲਗਵਾ ਰਹੇ ਹਨ ਨਾ ਸਾਰੇ। ਸਾਰੇ ਲਵਾ ਰਹੇ ਨੇ। ਅੱਜ ਤੁਸੀਂ ਵੇਖੋ ਤੁਹਾਡੇ ਸਾਹਮਣੇ ਸ਼ੁਰੂਆਤ ਕੀਤੀ ਹੈ, ਸਾਰੇ ਲਵਾ ਰਹੇ ਨੇ ਜੀ। ਸੋਨੀ ਸਾਹਿਬ ਹੈਲਥ ਵਰਕਰਸ ਦਾ ਕਹਿਣਾ ਸੀ ਕਿ ਸਿਵਲ ਸਰਜਨ ਸਾਹਿਬ ਜਾਂ ਪ੍ਰੋਗਰਾਮ ਅਫੀਸਰਸ ਜਾਂ ਦੂਸਰੇ ਸੀਨੀਅਰ ਮੈਡੀਕਲ ਅਧਿਕਾਰੀ ਲਗਵਾਉਂਦੇ ਦੇਖੋ ਐਮਐਲਏ ਵਗੈਰਾ ਲਗਵਾਉਂਦੇ ਤੇ ਉਹਨਾਂ ਚ ਸਾਰੇ ਲਵਾਉਣਗੇ, ਸਾਰੇ ਰੂਟੀਨ ਨਾਲ, ਸਾਰੇ ਆਪਣੀ ਬਿਮਾਰੀ ਨਾਲ ਸਾਰਿਆਂ ਨੂੰ ਲੱਗਣੀਆਂ, ਲੋਕਾਂ ਆਪ ਲਵਾਉਣੀ ਆ। ਜਿਹੜੀ ਚੀਜ਼ ਜਿਹੜੀ ਆ, ਜਿਹੜੀ ਲੋਕਾਂ ਲਈ ਬਣੀ ਆ, ਮੈਂ ਸਮਝਦਾ ਉਹਨਾਂ ਚਿਰ ਸਿਸਟਮ ਚੱਲਦਾ ਹੀ ਨਹੀਂ ਜਿੰਨਾ ਚਿਰ ਉਹਦੀ ਵਰਤੋਂ ਨਹੀਂ ਹੁੰਦੀ। ਜੇ ਵੈਕਸੀਨ ਆਈ ਹੈ, ਜਿਹਨੂੰ ਅਸੀਂ ਬੜੇ ਚਿਰ ਤੋਂ ਜਿਹਦੀ ਵੇਟ ਕਰ ਰਹੇ ਸੀ, ਜੇ ਆਈ ਹੈ ਤਾਂ ਸਾਰਿਆਂ ਨੇ ਲਾਉਣਾ, ਸਾਰਿਆਂ ਨੂੰ ਇਹਦਾ ਬੈਨੀਫਿਟ ਹੋਣਾ। ਇੱਕ ਸੋਨੀ ਸਾਹਿਬ ਇੱਕ ਆਰੋਪ ਹੈ ਜੀ ਇਹਨਾਂ ਦਾ ਵੀ ਹੈਲਥ ਵਰਕਰਸ ਸਿਵਲ ਸਰਜਨ ਆਫਿਸ ਦੇ ਵਿੱਚ 31 ਬੰਦਿਆਂ ਨੂੰ ਕੋਰੋਨਾ ਵਾਇਰਸ ਦੇ ਦਿੱਤੇ ਜਾਂਦੇ ਨੇ ਸਰਟੀਫਿਕੇਟ, ਜਦ ਕਿ ਕੰਮ ਸਾਰਾ ਸਿਵਲ ਹਸਪੀਟਲ 'ਚ ਹੋਇਆ। ਇਹਨਾਂ ਨੂੰ ਇਗਨੋਰ ਕੀਤਾ ਜਾਂਦਾ। ਜਿਵੇਂ ਡਾਕਟਰ ਅਰੁਣ ਸ਼ਰਮਾ ਦੀ ਵੀ ਡੈਥ ਹੋਈ ਸੀ, ਉਹ ਸਿਵਲ ਹਸਪੀਟਲ ਦੇ ਸੀਨੀਅਰ ਸਾਰਿਆਂ ਦਾ ਹੀ ਹੋਏਗਾ। ਇਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ, ਪੇਕਿਆਂ ਦੀ ਚੂਜ਼ ਵਾਲੀ ਕੋਈ ਗੱਲ ਨਹੀਂ। ਇੱਥੇ ਜਿਹੜਾ ਤੁਸੀਂ ਟੈਸਟਿੰਗ ਚੱਲਦੀ ਰਹੇਗੀ, ਇਸ ਵਾਰ ਦੱਸ ਦਿਓ ਕਿ ਜਿਹੜਾ ਇਹ ਤੇ ਵੈਕਸੀਨੇਸ਼ਨ ਹੋ ਗਈ ਹੈ, ਜਿਹੜੀ ਦੂਸਰੀ ਟੈਸਟਿੰਗ ਚੱਲਦੀ ਰਹੇਗੀ। ਵੇਖੋ ਗਾਈਡਲਾਈਨ ਤੋਂ ਇੱਕ ਸਵਾਲ ਪੁੱਛਣਾ ਪੈਂਦਾ ਜੀ। ਸਾਰਿਆਂ ਨੂੰ ਮਾਸਕ ਪਾਉਣ ਦੀ ਲੋੜ ਆ, ਡਿਸਟੈਂਸ ਬਣਾ ਕੇ ਰੱਖਣ ਦੀ ਲੋੜ ਆ। ਸਾਨੂੰ ਜਿਹੜੀਆਂ ਗਾਈਡਲਾਈਨਸ ਆ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ। ਸੋ ਕੰਮ ਚੱਲਦਾ ਹੀ ਰਹਿਣਾ। ਸੋ ਵੈਕਸੀਨ ਆ ਗਈ ਹੈ, ਇਹ ਸੇਫ ਗਾਰਡ ਆ। ਸੋਨੀ ਸਾਹਿਬ ਤੁਹਾਨੂੰ ਵੀ ਕਰੋਨਾ ਹੋ ਗਿਆ ਸੀ, ਤੁਹਾਨੂੰ ਡਰ ਨਹੀਂ ਲੱਗਿਆ ਜੀ ਜਦੋਂ ਕਰੋਨਾ ਆਇਆ ਸੀਗਾ? ਦੇਖੋ ਗੱਲ ਆ ਜੀ, ਅਸੀਂ ਤੇ ਬੈਠੇ ਨਹੀਂ, ਅਸੀਂ ਤੇ ਸਾਰਾ ਸਾਲ ਹੀ ਸਾਰੇ ਅਫਸਰ, ਸਾਡੇ ਡਿਪਟੀ ਕਮਿਸ਼ਨਰ ਪੁਲਿਸ, ਸਾਰੇ ਅਫਸਰ ਸਮਾਨ, ਇਹ ਜਿੰਨੀਆਂ ਵੀ ਟੀਮਾਂ ਸੀ ਹਰ ਹਫਤੇ ਰਿਵਿਊ ਕਰਦੇ ਰਹੇ। ਹਸਪਤਾਲਾਂ 'ਚ ਜਾਂਦੇ ਰਹੇ, ਮੈਡੀਕਲ ਕਾਲਜਾਂ 'ਚ ਜਾਂਦੇ ਰਹੇ। ਸੋ ਜੇ ਅਸੀਂ ਲੋਕਾਂ ਨੇ ਬਹਿ ਜਾਣਾ ਡਰ ਕੇ, ਸੋ ਮੈਂ ਸਮਝਦਾ ਫਿਰ ਕਿਹੜਾ ਲੀਡ ਕਰੂਗਾ। ਸੋ ਸਾਰੇ ਅਫਸਰ ਸਮਾਨ ਲੱਗੇ ਰਿਹਾ, ਸਾਰਿਆਂ ਨੂੰ ਬਹੁਤ ਜ਼ਿਆਦਿਆਂ ਨੂੰ ਵਿੱਚੋਂ ਸਾਡੇ 'ਚੋਂ ਹੋਇਆ। ਕੋਈ ਗੱਲ ਨਹੀਂ, ਘਬਰਾਉਣ ਵਾਲੀ ਗੱਲ ਨਹੀਂ, ਅਸੀਂ ਬਿਲਕੁਲ ਠੀਕ ਹੈ। ਤੇ ਸੋਨੀ ਸਾਹਿਬ ਟੈਸਟ ਉਸ ਤਰ੍ਹਾਂ ਹੀ ਹੁੰਦੇ ਰਹਿਣਗੇ ਮੈਡੀਕਲ ਕਾਲਜ ਜਿਸ ਤਰ੍ਹਾਂ ਪਹਿਲੇ ਹੁੰਦੇ ਸੀਗੇ ਜੀ ਕਰੋਨਾ ਦੇ? ਅੱਜ ਵੀ ਟੈਸਟ ਉਸ ਤਰ੍ਹਾਂ ਹੀ ਹੋ ਰਹੇ ਨੇ। ਅੱਜ ਵੀ, ਕੱਲ੍ਹ ਵੀ 20,000 ਦੇ ਕਰੀਬ ਸਾਡੇ ਟੈਸਟ ਹੋਏ ਨੇ। ਸੋ 200 ਦੇ ਕਰੀਬ ਜਿਹੜਾ ਪੋਜ਼ੀਟਿਵ ਆਏ ਨੇ। ਜਿਹੜੇ ਅੱਜ ਤੋਂ ਤੁਸੀਂ ਪਹਿਲਾਂ ਵੇਖ ਲਓ, 2-3 ਮਹੀਨੇ 4 ਮਹੀਨੇ ਪਹਿਲਾਂ ਕਿੰਨੇ ਰੋਜ਼ ਦੇ ਪੰਜਾਬ 'ਚ ਪੋਜ਼ੀਟਿਵ ਆ ਰਹੇ ਸੀ। ਤਕਰੀਬਨ 3500 ਕੇਸ ਜਿਹੜਾ ਪੋਜ਼ੀਟਿਵ ਆ ਰਿਹਾ ਸੀ। ਅੱਜ ਪ੍ਰਮਾਤਮਾ ਦੀ ਕਿਰਪਾ ਹੋਈ ਆ, ਅੱਜ 200, ਕੱਲ੍ਹ ਜਿਹੜੇ ਟੈਸਟ ਹੋਏ ਨੇ ਉਹਦੇ 'ਚ 200-250 ਦੇ ਕਰੀਬ ਜਿਹੜੇ ਪੋਜ਼ੀਟਿਵ ਆਏ ਨੇ। ਕਿੰਨਾ ਗ੍ਰਾਫ ਹੇਠਾਂ ਗਿਆ। ਸੋ ਬਿਲਕੁਲ ਠੀਕ ਹੋ ਰਿਹਾ, ਪ੍ਰਮਾਤਮਾ ਠੀਕ ਕਰੂਗਾ। ਹੁਣ ਤੇ ਵੈਕਸੀਨ भी आ गई, घबराने की लोड़ नहीं, एहतियात रखने की लोड़ है। ये थे कैबिनेट मंत्री ओम प्रकाश सोनी, जिन्होंने ये कहा है कि कोरोना की वैक्सीन सभी लगवाएंगे, डॉक्टर भी लगवाएंगे। इसे लेकर कुछ अंदेशा नहीं रखना चाहिए, शंकाएं जो हैं वो नहीं रखनी चाहिए लोगों को, क्योंकि ये इंजेक्शन साइंटिस्टों की ओर से तैयार किया गया है। इससे पूरी जो है ट्रायल होने के बाद ही इसे लोगों के लिए लगाने के लिए भेजा गया है। आज पूरे पंजाब में 59 जगह पर यह इंजेक्शन लगाया जा रहा है। अमृतसर में 3 जगह पर इसकी शुरुआत की गई है, सिविल हॉस्पिटल, गुरु नानक देव हॉस्पिटल और SGRD हॉस्पिटल में से, जहां पर 100 लोगों को इंजेक्शन लगाया है। अब हम बात करेंगे जिसने पहला कोरोना का इंजेक्शन लगाया है उसके साथ। हमारे साथ हैं डॉक्टर बीबिका, जो सिविल हॉस्पिटल में हैं। इन्होंने आज पहला इंजेक्शन लगवाया है। डॉक्टर साहब, एज ए वॉलंटरी तुसी पहला इंजेक्शन लगवाया जी? हाँ जी, एज ए वॉलंटरी ही लगवाया। जो बेनिफिशियल लिस्ट आई थी 100 मेंबर्स की, उसमें मेरा नाम नहीं है, पर मैं एज वॉलंटरीली आगे आई थी लगवाने के लिए। तो आपने फिर कैसे, सिविल सर्जन साहब तो नहीं आए हैं आगे इंजेक्शन लगवाने के लिए, प्रोग्राम अधिकारी नहीं आए हैं, आपके कई सीनियर मेडिकल अधिकारी नहीं आए, लेकिन आप आई हैं आगे? क्योंकि वो मैं हूँ इसलिए। नहीं, आपको डर नहीं लगा? नहीं, मुझे बिल्कुल डर नहीं लगा। डरने वाली कौन सी बात है? अगर आप लोगों को ये धारणा है कि हम कोरोना वैक्सीन से मर जाएंगे, तो हम किसी भी कारण से मर सकते हैं। क्या पता क्या हो जाए मुझे घर यहाँ से हॉस्पिटल से बाहर निकलते। ये तो आपको हिम्मत बनानी पड़ेगी ना। वैसे भी पता ही है, पढ़े लिखे लोग हैं। अब हेल्थ वर्कर्स हम ऐसे बिहेव करेंगे कि हमने नहीं लगवानी, तो आम जनता क्या करेगी फिर? तो आप लोगों को क्या मैसेज देना चाहती हैं? मैं लोगों को यही मैसेज देना चाहती हूँ, ये बहुत अच्छी पहल है सरकार की, पूरे हेल्थ डिपार्टमेंट की, हम सबके लिए। और ज़्यादा से ज़्यादा हाई अथॉरिटीज़ आगे आएँ, और जो इन्फ्लुएंसिव लोग हैं समाज में वो सबसे पहले आगे आएँ, तभी वो एक एग्जाम्पल सेट करेंगे।
चलो मैं तो इन्फ्लुएंसर पर्सनालिटी नहीं हूँ, बट बीइंग अ हेल्थ वर्कर, कोरोना वॉरियर, ये मेरी मोरल ड्यूटी भी बनती थी कि मैं आगे आऊँ और एक एग्जाम्पल सेट करूँ। तो आपका मैसेज देंगे कि सिविल सर्जन या पूरे प्रोग्राम अधिकारी या सीनियर मेडिकल अधिकारी जो भी हेल्थ डिपार्टमेंट से जिनका संपर्क है, वो जो उससे बिलोंग करते हैं, वो आके इंजेक्शन लगवाएं, ताकि लोगों में जो डर है, आज देखने में आया है कि काफ़ी लोग कम आए हैं इंजेक्शन लगाने के लिए, जिनकी 100 की लिस्ट थी, काफ़ी कम आए हैं लोग। हाँ जी, नहीं मैं उनसे भी यही अपील करती हूँ, रिक्वेस्ट करती हूँ कि वो हमारे जो सिविल सर्जन सर हैं, बाकी हाई अथॉरिटीज़ हैं हेल्थ डिपार्टमेंट की, वो ज़्यादा से ज़्यादा आगे आएँ, क्योंकि हेल्थ डिपार्टमेंट के लोग पीछे हटेंगे लगवाने में तो आम जनता तो ऑब्वियसली नहीं आगे आएगी ना। तो आप पहला इंजेक्शन आपको लगा? पहला इंजेक्शन राजेश है टेक्नीशियन, उसको लगा है, लेकिन सेकेंड इंजेक्शन मुझे लगा है, और फीमेल्स में भी पहले मैं ही हूँ। तो आपको दर्द नहीं हुई इंजेक्शन लगा? नहीं, औरत को कभी दर्द नहीं होता जैसे मर्द को दर्द नहीं होता। आपके लगा कहाँ था इंजेक्शन? यहाँ ये देखिए, ये पहली महिला हैं, डॉक्टर हैं सिविल हॉस्पिटल में, बीबिका महिंद्रू, ये माइक्रोबायोलॉजिस्ट हैं, इनको पहला इंजेक्शन लगाया है। इससे पहले लेबॉरेटरी टेक्नीशियन है, उन्होंने भी अपना वॉलंटरी नाम दिया था ताकि लोगों को ये संदेश जा सके भी हेल्थ वर्कर लगा रहे हैं कि आपको भी इंजेक्शन लगवाना चाहिए। अब इन्हें आधा घंटा ऑब्जर्वेशन में रखा जाएगा कि कहीं इन्हें कोई एलर्जी तो नहीं है। हम बात करेंगे लेबॉरेटरी टेक्नीशियन राजेश शर्मा के साथ ही, जिन्हें पहला इंजेक्शन यहाँ पर लगाया गया है। हमारे साथ हैं एम्प्लॉइज़ वेलफेयर एसोसिएशन के अध्यक्ष राजेश शर्मा। इन्होंने एज ए वॉलंटियर आज पहली कोविशील्ड की वैक्सीन की डोज खुद को लगवाई है। शर्मा जी नमस्कार जी। नमस्कार जी। शर्मा जी, तुसी ਅੱਜ ਪਹਿਲਾ ਇੰਜੈਕਸ਼ਨ ਲਗਵਾਇਆ, ਤੁਹਾਨੂੰ ਡਰ ਨਹੀਂ ਲੱਗਿਆ? ਨਹੀਂ ਸਰ, ਮੈਨੂੰ ਐਕਚੁਅਲੀ ਡਰ ਨਹੀਂ ਲੱਗਾ, ਕਿਉਂਕਿ ਸਾਡੇ ਜਿਹੜੇ ਆਪਣੇ ਡਾਕਟਰਸ ਨੇ, ਸਾਇੰਟਿਸਟ ਹੈ, ਕੈਮੀਕਲ ਐਨਾਲਿਸਟ ਹੈ, ਉਹਨਾਂ ਨੇ ਕਿੰਨੀ ਮਿਹਨਤ ਕਰਕੇ ਇੰਜੈਕਸ਼ਨ ਬਣਾਇਆ, ਤੇ ਅਸੀਂ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਨੂੰ ਢਾਹ ਨਹੀਂ ਲਾ ਸਕਦੇ। ਤੇ ਦੂਸਰਾ, ਨਾਲੇ ਜਿਹੜਾ ਇੰਜੈਕਸ਼ਨ ਲਗਾਇਆ ਮੈਂ ਆਪਣੇ ਵਾਸਤੇ ਲਗਵਾਇਆ, ਕਿਸੇ ਵਾਸਤੇ ਤਾਂ ਮੈਂ ਇੰਜੈਕਸ਼ਨ ਲਗਵਾਇਆ ਨਹੀਂ, ਕਿਉਂਕਿ ਨੈਚੁਰਲੀ ਮੈਂ ਇਹਦੇ ਵਾਸਤੇ, ਜੇ ਮੇਰੇ ਵਾਸਤੇ ਐਂਟੀਬਾਡੀਜ਼ ਦੇ ਵਾਸਤੇ ਡਿਵੈਲਪ ਹੁੰਦੀ ਹੈ ਤਾਂ ਨੈਚੁਰਲੀ ਉਹਦਾ ਫਾਇਦਾ ਤਾਂ ਮੈਨੂੰ ਹੀ ਹੋਏਗਾ। ਅੱਛਾ ਸ਼ਰਮਾ, ਜਿਵੇਂ ਕੱਲ ਕਿਹਾ ਜਾ ਰਿਹਾ ਸੀਗਾ ਵੀ ਪਹਿਲੇ ਸਿਵਲ ਸਰਜਨ ਸਾਹਿਬ, ਅਸਿਸਟੈਂਟ ਸਿਵਲ ਸਰਜਨ ਸਾਹਿਬ, ਪੁਰਾਣੇ ਜਿਹੜੇ ਪ੍ਰੋਗਰਾਮ ਅਧਿਕਾਰੀ ਆ, ਸੀਨੀਅਰ ਮੈਡੀਕਲ ਅਧਿਕਾਰੀ ਲਗਵਾਉਣਗੇ ਤੇ ਅਸੀਂ ਲਗਵਾਵਾਂਗੇ, ਤੇ ਅੱਜ ਤੁਸੀਂ ਪਹਿਲਾ ਇੰਜੈਕਸ਼ਨ ਲਗਵਾ ਲਿਆ, ਉਹਨਾਂ 'ਚੋਂ ਤਾਂ ਕਿਸੇ ਨੇ ਲਗਵਾਇਆ ਨਹੀਂ। ਨਹੀਂ, ਆਪਣੇ ਇੱਥੇ ਜਿਹੜੇ ਪ੍ਰੋਗਰਾਮ ਆਫਿਸਰ ਹੈ, ਨਾਲ ਇੱਕ ਡਾਕਟਰ ਕਰਨ ਮਹਿਰਾ ਵੀ ਆ, ਉਹਨਾਂ ਨੇ ਇੰਜੈਕਸ਼ਨ ਲਗਵਾਇਆ ਵਾ। ਨਾਲ ਇੱਥੇ ਸਾਡੇ ਡਾਕਟਰ ਨਾਲ ਹੀ ਬੈਠੇ ਸਰਜਨ ਹੈ, ਉਹਨਾਂ ਨੂੰ ਇੰਜੈਕਸ਼ਨ ਲਗਵਾਇਆ। ਡਾਕਟਰ ਬੇਬੀਕਾ ਉਹਨਾਂ ਨੂੰ ਇੰਜੈਕਸ਼ਨ ਲਗਾਇਆ। ਬਾਕੀ ਇਹ ਵੀ ਦੇਖੋ, ਮੈਂ ਲੈਬੋਰੇਟਰੀ 'ਚ ਮੈਂ ਆਪਣਾ ਫਸਟ ਨਾਮ ਦਿੱਤਾ ਸੀ, ਮੇਰੇ ਵੱਲ ਦੇਖ ਕੇ ਮੇਰੇ ਕੁਲੀਗ ਨੇ ਸਮੀਰ ਸ਼ਰਮਾ ਜੀ, ਉਹਨਾਂ ਨੇ ਵੀ ਲਗਵਾਇਆ ਵਾ। ਸੋ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ, ਕੋਈ ਇਨਵੈਂਸ਼ਨ ਹੁੰਦੀ ਹੈ, ਤੇ ਨੈਚੁਰਲੀ ਕ੍ਰਿਟਿਸਿਜ਼ਮ ਤਾਂ ਹੁੰਦਾ ਹੀ ਆ। ਸੋ ਅਸੀਂ ਤਾਂ ਪੋਜ਼ਿਟਿਵਿਟੀ ਹੀ ਸਪਰੈਡ ਕਰਨੀ ਹੈ, ਪਰ ਮੈਂ ਚਾਹੁੰਦਾ ਵੀ ਹਾਇਰ ਅਥਾਰਟੀ, ਆਫੀਸ਼ੀਅਲਸ, ਬਿਊਰੋਕਰੇਟਸ ਇਹ ਆਪਣੇ ਆਪ ਨੂੰ ਜ਼ਰੂਰ ਆਪਣੇ ਆਪ ਨੂੰ ਪਹਿਲੇ ਰੱਖਣ। ਲੀਡਰ ਵੀ ਭੁੱਲ ਗਏ? ਹਾਂਜੀ, ਲੀਡਰ ਭੁੱਲ ਗਏ? ਲੀਡਰ ਨੈਚੁਰਲੀ, ਲੀਡਰ ਬਿਲਕੁਲ ਲੀਡਰ ਇਹ ਲਗਵਾਉਣ ਤਾਂ ਕਿ ਲੋਕਾਂ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਹੈ। ਬਿਲਕੁਲ ਜੇ ਲੀਡਰਸ ਲਗਵਾਉਣਗੇ ਤਾਂ ਉਹ ਦੂਸਰਿਆਂ ਨੂੰ ਮੋਟੀਵੇਟ ਕਰਨਗੇ ਵੀ ਤੁਸੀਂ ਆਓ ਦੇਖੋ ਮੈਂ ਲਗਵਾਇਆ ਵਾ, ਤਦੇ ਹੀ ਪੋਜ਼ਿਟਿਵਿਟੀ ਸਪਰੈਡ ਹੋਏਗੀ। ਅਦਰਵਾਈਜ਼ ਤਾਂ ਤੁਸੀਂ ਦੇਖੋ, ਜੋ ਵੇਲੇ ਕੋਵਿਡ ਆਇਆ ਸੀ ਤੇ ਲੋਕੀ ਕਹਿੰਦੇ ਸੀ ਜੀ ਇਹ ਜਾਣ ਬੁੱਝ ਕੇ ਪੋਜ਼ਿਟਿਵ ਕਰ ਦਿੰਦੇ, ਇਹਨਾਂ ਨੂੰ ਪੈਸੇ ਮਿਲਦੇ ਆ, ਇਹ ਮਾਰ ਦਿੰਦੇ ਆ, ਬਾਅਦ 'ਚੋਂ ਆਰਗਨਸ ਜਿਹੜੇ ਆ ਕੱਢ ਲੈਂਦੇ ਆ। ਉਹ ਕੋਵਿਡ ਦੇ ਦੌਰ 'ਚ ਅਫਵਾਹਾਂ, ਹੁਣ ਇਮਿਊਨਾਈਜੇਸ਼ਨ ਦੇ ਵਿੱਚ ਇਹ ਰਹਿਣਗੇ। ਹੁਣੇ ਕੋਈ ਕਹਿ ਰਿਹਾ ਸੀ ਵੀ HIV ਵੀ ਹੋ ਜਾਂਦਾ ਵਾ। ਸੋ ਇਹ ਜਿਹੀਆਂ ਗੱਲਾਂ, ਕੋਈ ਨੌਨ ਟੈਕਨੀਕਲ ਗੱਲਾਂ ਕਰਦੇ ਆ ਤੇ ਜਿਹੜੀਆਂ ਸਾਨੂੰ ਵਾਸਤੇ ਬਹੁਤ ਮੁਸ਼ਕਲ ਹੈ। ਹੁਣ ਨੈਚੁਰਲੀ ਅੱਜ ਮੈਂ ਇੰਜੈਕਸ਼ਨ ਲਗਾਇਆ, ਲੋਕੀ ਮੈਨੂੰ ਅਬਜ਼ਰਵ ਕਰਨਗੇ, ਸਾਡੇ ਮੇਰੇ ਨੇਬਰਸ ਹੋਰ ਦੇਖਣਗੇ ਵੀ ਟਾਈਮ ਨਾਲ ਘਰ ਆ ਗਿਆ ਕਿ ਨਹੀਂ, ਤੇ ਮੇਰੇ ਵੱਲ ਵੇਖ ਕੇ ਨੈਚੁਰਲੀ ਦੂਸਰੇ ਵੀ ਲਗਵਾਉਣਗੇ। ਤੇ ਤੁਹਾਨੂੰ ਦਰਦ ਨਹੀਂ ਹੋਇਆ? ਉਹ ਨਹੀਂ ਦਰਦ ਸਰ ਕੋਈ नहीं, जिदा ये सुइयाँ तो सानू रोज़ ही लगती हैं। देखिए, राजेश शर्मा लेबॉरेटरी टेक्नीशियन है, इन्हें सबसे पहले वॉलंटियर बने हैं सिविल हॉस्पिटल के, पहला इंजेक्शन इन्हें लगाया है। इनका ये कहना है कि तमाम अधिकारियों को भी ये और नेताओं को भी ये इंजेक्शन लगवाना चाहिए, क्योंकि लोगों में जो भी शंकाएँ हैं वह दूर होंगे। ये हमारे आइकॉन्स रहते हैं, जितने भी अधिकारी व नेतागण रहते हैं, लोगों में एक अच्छा मैसेज आता है। इनका कहना है कि ये बिल्कुल ठीक हैं और खुद को ठीक महसूस कर रहे हैं। इन्हें इंजेक्शन लगवाने का एक और मकसद बताया है कि इनके आस पास जो रहते हैं लोग, आस पड़ोस में रिश्तेदार, वो भी इंजेक्शन लगवाने के लिए अब आगे आएंगे। कुछ दिन पहले सिविल सर्जन कार्यालय में एक समारोह होता है जहां पर कोविड वॉरियर का खिताब कई डॉक्टरों व स्टाफ कर्मचारियों को दिया जाता है, लेकिन यहां पर फिलहाल 2 व्यक्ति ही पहुंचे हैं। इसका मतलब ये है जो कोरोना वॉरियर का खिताब ऐसे ही बांट दिया गया, सब लोग लेने। हमारे साथ यहाँ पर कुछ डॉक्टर भी मौजूद हैं, जहाँ पर हमारे साथ डॉक्टर मदन मोहन है। डॉक्टर साहब, तुम इंजेक्शन लगवा रहे हो आज? सर जो मैनू अपने आ जाएगा मैं लगवावांगा जी। नहीं, की आ जाएगा ਤੁਹਾਨੂੰ? मैसेज आता है ना वैक्सीन लगवाने वास्ते। नहीं, तुसी अपना नाम रजिस्टर कराया? हाँ जी बिल्कुल करवाया हुआ जी।
ਅੱਛਾ ਤੇ ਅੱਜ ਤੁਸੀਂ ਪਹਿਲੇ ਵਲੰਟੀਅਰ ਨਹੀਂ ਬਣ ਰਹੇ ਵੀ ਪਹਿਲੀ ਵਾਰੀ ਨਹੀਂ ਲਵਾ ਰਹੇ ਇੰਜੈਕਸ਼ਨ? ਸਰ ਮੈਨੂੰ ਹਜੇ ਤੱਕ ਕੋਈ ਮੈਸੇਜ ਨਹੀਂ ਰਿਸੀਵ ਹੋਇਆ ਕਿ ਤੁਸੀਂ ਇੰਜੈक्शन लगवाना है। जब आएगा मैं लवाऊंगा जी, उसमें लवाऊंगा जी मैं। तो हमारे साथ एम्प्लॉइज वेलफेयर एसोसिएशन के चेयरमैन राकेश शर्मा जी, ਅੱਜ ਲੋਕ ਅਸੀਂ ਦੇਖਿਆ ਕਿ 2-3 ਲੋਕ ਹੀ ਆਏ ਸਿਰਫ ਇੰਜੈਕਸ਼ਨ ਲਗਵਾਉਣ ਵਾਸਤੇ, ਜਦ ਕਿ ਇਹਨਾਂ ਦਾ ਦਾਅਵਾ ਸੀਗਾ ਕਿ 100 ਲੋਕਾਂ ਨੂੰ ਅਸੀਂ ਰਜਿਸਟਰ ਕਰ ਲਿਆ ਜੀ। ਮੈਂ ਤਾਂ ਤੁਹਾਨੂੰ ਭਾਜੀ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਜਿੰਨ ਚਿਰ ਤੱਕ ਜਿਹੜਾ ਸਾਡੇ ਕਰੋਨਾ ਵਾਰੀਅਰ ਆ ਕੰਮ ਕਰਦਾ ਸਿਵਲ ਹਸਪੀਟਲ, ਤੇ ਜਦੋਂ ਵਾਰਡ ਲੈਣ ਦੀ ਵਾਰੀ ਆਉਂਦੀ ਹੈ ਉਹ ਸਾਰੇ ਸਿਵਲ ਸਰਜਨ ਦਫ਼ਤਰ 'ਚ ਵੰਡਦੇ ਜਾਂਦੇ ਆ। ਜਿਹੜੇ ਸਿਵਲ ਸਰਜਨ ਸਾਹਿਬ ਦੇ ਆਲੇ ਦੁਆਲੇ ਰਹਿੰਦੇ ਗੋਡੇ ਘੁੱਟਦੇ ਉਹਨਾਂ ਨੂੰ ਵਾਰਡ ਮਿਲ ਜਾਂਦੇ ਆ। ਜਿੱਦਾਂ ਕਿ ਡਾਕਟਰ ਉੱਥੇ ਇੱਕ ਡਾਕਟਰ ਸਾਹਿਬ ਆ, ਉਹ ਆਪਣੀ ਪੋਸਟਿੰਗ ਛੱਡ ਕੇ ਸਿਵਲ ਸਰਜਨ ਦਫ਼ਤਰ ਬੈਠੇ ਆ ਤੇ ਉਹਨਾਂ ਨੂੰ 3 ਵਾਰੀ ਵਾਰਡ ਲੈ ਲਿਆ ਉਹਨਾਂ ਨੇ। ਇੱਦਾਂ ਇੱਕ ਲੇਡੀ ਡਾਕਟਰ ਆਪਣੀ ਪੋਸਟਿੰਗ ਛੱਡ ਕੇ ਉੱਥੇ ਬੈਠੀ ਹੈ, 3 ਵਾਰੀ ਵਾਰਡ ਹੋ ਗਿਆ। ਇੱਕ ਸਾਡੇ ਪ੍ਰੋਗਰਾਮ ਅਫਸਰ 2 ਵਾਰੀ ਵਾਰਡ, ਸਾਰੇ ਪ੍ਰੋਗਰਾਮ ਅਫਸਰ ਲਏ। ਹੁਣ ਚਾਹੀਦਾ ਵੀ ਇਹ ਜਿਹੜੇ 31 ਬੰਦੇ ਵਾਰਡ ਲੈਣ ਗਏ ਆ, ਇਹ ਸਭ ਤੋਂ ਅੱਗੇ ਆ ਕੇ ਪਹਿਲਾਂ ਬਹਿੰਦੇ ਮੋਹਰੀ। ਜਦੋਂ ਇਹ ਬਹਿੰਦੇ ਤੇ ਦੂਜੇ ਮੁਲਾਜ਼ਮਾਂ 'ਚ ਵੀ ਜੋਸ਼ ਪੈਂਦਾ। ਕੰਮ ਕਰੇ ਸਿਵਲ ਹਸਪਤਾਲ ਤੇ ਵਾਰਡ ਲੈਣ ਸਿਵਲ ਸਰਜਨ ਦਫ਼ਤਰ। ਤੇ ਮੇਰੀ ਤੇ ਯਾਰ ਕਿ ਡੀ ਸਾਹਿਬ ਨੂੰ ਵੀ ਇੱਕ ਬੇਨਤੀ ਆ ਵੀ ਜਦੋਂ ਇਹ ਤੁਹਾਨੂੰ 26 ਜਨਵਰੀ ਦੀ ਲਿਸਟ ਭੇਜਦੇ ਨੂੰ ਨਾਲ ਪੁੱਛ ਲਿਓ ਵੀ ਇਹਨਾਂ ਕੀਤਾ ਕੀ ਆ, ਕਿਹੜੇ ਕਰੋਨਾ ਮਰੀਜ਼ ਦਾ ਹਾਲ ਪੁੱਛ ਕੇ। ਇਹਨਾਂ ਦਾ ਆਪਣਾ ਐਸਐਮਓ ਮਰ ਗਿਆ, ਉਹਦੇ ਘਰ ਨਹੀਂ ਗਿਆ ਕੋਈ, ਉਹਦੇ ਅਜੇ ਤੱਕ ਪੇਮੈਂਟ ਨਹੀਂ ਮਿਲੀ, ਉਹਨੂੰ ਨਹੀਂ ਪੁੱਛਿਆ, ਉਹਦਾ ਤਾਂ ਕਰੋਨਾ ਵਾਰੀਅਰ 'ਚ ਵਾਰਡ ਨਹੀਂ ਨਾਂ ਨਹੀਂ ਭੇਜਿਆ। ਆਪਣੇ ਜਿੰਦਿਆਂ ਦੇ ਨਾਂ ਭੇਜਦੇ ਜਿਹੜੇ ਕੰਮ ਹੀ ਕੋਈ ਨਹੀਂ ਕਰਦੇ, ਸਿਰਫ ਚਾਪਲੂਸੀ ਕਰਦੇ ਅਫਸਰਾਂ ਦੀ ਬਹਿ ਕੇ ਦਫ਼ਤਰ ਦੇ ਵਿੱਚ, ਉਹਨਾਂ ਨੂੰ ਵਾਰਡ ਦਿੱਤੇ ਜਾ ਰਹੇ ਆ। ਮਤਲਬ ਤੁਹਾਡਾ ਇਹ ਕਹਿਣਾ ਵੀ ਕੰਮ ਤਾਂ ਸਾਰਾ ਸਿਵਲ ਹਸਪੀਟਲ ਕਰਦਾ ਹੈ। ਜਿਵੇਂ ਡਾਕਟਰ ਅਰੁਣ ਸ਼ਰਮਾ ਦੀ ਤੁਸੀਂ ਗੱਲ ਕੀਤੀ, ਡੈਥ ਵੀ ਉਹਨਾਂ ਦੀ ਹੋ ਗਈ, ਕਰੋਨਾ ਵਾਰੀਅਰ ਬਣੇ, ਤੇ ਜਦੋਂ ਅਵਾਰਡ ਲੈਣ ਦੀ ਵਾਰੀ ਆਉਂਦੀ ਤੇ ਉੱਥੇ ਬਹਿ ਕੇ ਆਪਣੇ ਮਤਲਬ ਬੰਦਰ ਬਾਂਟ ਕਰ ਦਿੱਤੀ ਜਾਂਦੀ ਹੈ। ਬਿਲਕੁਲ ਬੰਦਰ ਬਾਂਟ ਕਰਦੀ ਜਾਂਦੀ ਹੈ ਜੀ। ਜੇ ਸਿਵਲ ਸਰਜਨ ਸਾਹਿਬ ਨੂੰ ਪੁੱਛੋ ਵੀ ਸਿਵਲ ਹਸਪਤਾਲਾਂ ਦੇ ਮੈਨੂੰ ਪਤਾ ਹੀ ਨਹੀਂ, ਕਰਨ ਮੈਨੇ ਲਿਸਟ ਬਣਾਈ ਹੈ, ਕਰਨ ਮੈਨੇ ਪੁੱਛੋਗੇ ਉਹ ਆਂਦਾ ਜੀ ਸਿਵਲ ਸਰਜਨ ਸਾਹਿਬ ਨੇ ਬਣਾਈ ਆ। ਜੇ ਉਹਨਾਂ ਪੁੱਛੋ ਕਹਿੰਦੇ ਜੀ ਡਾਕਟਰ ਮਦਨ ਮੋਹਨ ਨੇ ਬਣਾਈ ਹੈ, ਡਾਕਟਰ ਮਦਨ ਮੋਹਨ ਕਹਿੰਦੇ ਮੈਂ ਨਹੀਂ ਬਣਾਈ, ਮੈਂ ਤੇ ਆਪ ਪਹਿਲੀ ਵਾਰੀ ਮਿਲਿਆ। ਇੱਕ ਬੰਦਾ 3 ਵਾਰੀ ਲੈ ਲੇ, ਚਾਹੀਦਾ ਜੇ ਵੀ ਜਿਹਨੂੰ 1 ਵਾਰੀ ਵਾਰਡ ਮਿਲ ਗਿਆ ਦੂਜੀ ਵਾਰੀ ਨਾ ਲਿਆ ਜਾਵੇ ਤੇ ਬਾਕੀ ਕੰਮ ਕਰਨ ਵਾਲਿਆਂ ਨੂੰ ਵੀ ਕੀਤਾ ਜਾਵੇ। ਉਹਨਾਂ ਦੀ ਹੌਸਲਾ ਅਫਜ਼ਾਈ ਵੱਧਦੀ ਆ। ਇਹ ਭਾਈ ਭਤੀਜਾਵਾਦ ਨਾਮ ਦੇ ਵਿੱਚ ਖਤਮ ਹੋਣਾ ਚਾਹੀਦਾ ਤੇ ਜਿਹੜੇ ਅਸਲ ਕੰਮ ਕਰਨ ਵਾਲੇ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ। ਕੰਮ ਤੇ ਸਾਰਾ ਚੱਲਿਆ ਸਿਵਲ ਹਸਪੀਟਲ ਤੋਂ, ਤੇ ਸਿਵਲ ਹਸਪਤਾਲ ਤੋਂ ਇੱਕ ਬੰਦਾ ਉਹ ਵੀ ਪਤਾ ਨਹੀਂ ਕਿੱਦਾਂ ਚੁਣ ਲਿਆ ਨਾ, ਰਾਕੇਸ਼ ਸ਼ਰਮਾ, ਕਿਉਂਕਿ ਇਹਨਾਂ ਦੇ ਘਰਾਂ ਜਾ ਕੇ ਸੈਂਪਲ ਲੈ ਜਾਂਦਾ ਸੀ ਵਿਚਾਰਾ ਕੋਵਿਡ ਦੇ, ਇਸ ਕਰਕੇ ਉਹਦਾ ਨਾਂ ਲੈ ਲਿਆ ਤੇ ਬਾਕੀਆਂ ਨੂੰ ਭੁੱਲ ਗਏ। ਅੱਛਾ, ਕਰੋਨਾ ਵਾਰੀਅਰਸ ਦੇ ਸਿਰਫ ਇੱਕ ਬੰਦੇ ਨੂੰ ਅਵਾਰਡ ਦਿੱਤਾ ਗਿਆ ਸਿਵਲ ਹਸਪੀਟਲ ਦੇ, ਜਦ ਕਿ 200 ਤੋਂ ਅਧਿਕ ਲੋਕ ਤੇ ਡਾਕਟਰ ਕੰਮ ਇੱਥੇ ਕਰਦੇ ਆ। 250 ਤੋਂ ਵੱਧ ਕਰਮਚਾਰੀ ਹੈ। ਤੇ ਉਹਨਾਂ ਦਾ ਕਿਸੇ ਇੱਕ ਬੰਦੇ ਦਾ ਨਾਂ ਹੈ? ਨਾ ਜੀ ਨਾ ਜੀ। ਇੱਥੇ ਵੇਖੋ ਸਾਡੇ ਈਐਮਓ ਦੀਆਂ ਕਮੀ ਸੀ, ਸਰਕਾਰ ਨੇ ਜੇ 3-4 ਈਐਮਓ ਭੇਜੇ ਵੀ ਤੇ ਕਈ ਬੰਦਿਆਂ ਨੂੰ ਰਿਲੀਜ਼ ਦੇਣ ਵਾਸਤੇ ਇੱਥੋਂ ਦੇ ਈਐਮਓ ਦੇ ਡੈਪੂਟੇਸ਼ਨ ਸੈਂਟਰਾਂ ਦੇ ਲਾਤੇ, ਸਬ ਸੈਂਟਰਾਂ ਦੇ ਲਾਤੇ ਗਏ ਤੇ ਇੱਥੋਂ ਦੇ ਸਪੈਸ਼ਲਿਸਟ ਜਿਹੜੇ रो रहे सारे। ये देखिए, ये राकेश शर्मा, इनका कहना है कि सिविल अस्पताल के लोगों को इग्नोर किया गया है, जबकि कोरोना में उन्होंने ही काम किया। सिविल अस्पताल के सीनियर मेडिकल अधिकारी डॉक्टर अरुण शर्मा की भी मौत हो गई थी, उनका किसी ने घर तक जाने की जहमत नहीं उठाई, उन्हें कोरोना वॉरियर का खिताब देना ये भूल गए। हमारे साथ हैं अमृतसर के सिविल सर्जन डॉक्टर चरणजीत सिंह, इनसे बात करें। डॉक्टर साहब, आज सिविल हॉस्पिटल तो कोरोना वैक्सीन की शुरुआत की गई है, तो तुसी क्यों नहीं आए अगे पहला इंजैक्शन लवाउण नूं? नहीं, मैं तो अगे आया जिवें आपां सरकार की पॉलिसी मुताबक एडमिनिस्ट्रेशन वाले जो बंदियां नूं सरकार जिहड़ी हैगी असीं कहने बाद विच लगा रहे। पहले जिहड़े मेरे फ्रंट वारीयर हैगे आ ਜਿਹੜੇ ਡਾਕਟਰਸ ਨੇ, ਬਾਕੀ ਮੈਨੂੰ ਲਵਾਉਣ ਵਿੱਚ ਕੋਈ ਇੰਤਜ਼ਾਰ ਨਹੀਂ, ਪਰ ਮੈਂ ਜਿਹੜੀ ਹੈਗੀ ਆ ਉਹ ਆਲਰੇਡੀ ਉਹ 'ਚ ਕੰਟਰਾ ਐਜੂਕੇਸ਼ਨ ਪੜ੍ਹੀ ਹੈ ਕਿ ਜਿਹੜੇ ਬਲੱਡ ਥਿਨਰ ਲੈ ਰਹੇ ਨੇ ਕਿ ਮੈਂ ਨਾ ਉਹ ਜਿਹੜਾ 40 ਡੇਜ਼ ਦਾ ਹੀ ਪੀਰੀਅਡ ਚੱਲ ਰਿਹਾ, ਅਦਰਵਾਈਜ਼ ਮੈਨੂੰ ਲਗਾਉਣ ਨੂੰ ਬਿਲਕੁਲ ਕੋਈ ਝਿਜਕ ਨਹੀਂ ਹੈਗੀ। ਅੱਛਾ ਡਾਕਟਰ ਸਾਹਿਬ, ਇੱਕ ਮੈਂ ਦੱਸਣਾ ਚਾਹੁੰਦਾ ਕਿ ਮੇਰੇ 4 ਫੀਮੇਲ ਡਾਕਟਰ ਨੇ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਜਿਹੜੀ ਆ ਵੈਕਸੀਨ ਲਵਾਈ ਹੈ। ਅੱਛਾ ਡਾਕਟਰ ਸਾਹਿਬ, ਇੱਕ ਕਿਹਾ ਜਾ ਰਿਹਾ ਵੀ ਜੀ ਕਰੋਨਾ ਵਾਰੀਅਰਸ ਦਾ ਜਿਹੜੇ ਕੁਝ ਸਰਟੀਫਿਕੇਟ ਵੰਡੇ ਜਾਂਦੇ ਨੇ ਸਿਵਲ ਸਰਜਨ ਕਾਰਿਆਲੇ ਦੇ ਵਿੱਚ, ਜਦ ਕਿ ਸਿਵਲ ਹਸਪੀਟਲ 'ਚ ਬਹੁਤ ਕੰਮ ਹੋਇਆ ਕਰੋਨਾ ਦਾ, ਇਹਨਾਂ ਨੂੰ ਇਗਨੋਰ ਕੀਤਾ ਗਿਆ ਇੱਥੇ। ਦੇਖੋ, ਮੈਂ 1 ਜਨਵਰੀ ਨੂੰ ਜੁਆਇਨ ਕੀਤਾ, ਮੇਰੇ ਹੁੰਦਿਆਂ ਇਹੋ ਜਿਹਾ ਕੋਈ ਐਪੀਸੋਡ ਨਹੀਂ ਹੋਇਆ। ਹਾਂ, ਮੇਰੇ ਵੱਲੋਂ ਪੂਰਾ ਧਿਆਨ ਰੱਖਿਆ ਜਾਏਗਾ ਸਿਵਲ ਹਸਪਤਾਲ ਦਾ ਕਿ ਮੈਂ ਇਹ ਸਿਵਲ ਹਸਪਤਾਲ ਦਾ ਪਾਰਟ ਐਂਡ ਪਾਰਸਲ ਰਿਹਾ। ਇਹ ਜਦੋਂ ਵੀ ਕੋਈ ਇਹ ਸਰਟੀਫਿਕੇਟ ਦੀ ਗੱਲ ਆਏਗੀ ਤੇ ਸਿਵਲ ਹਸਪਤਾਲ ਨੂੰ ਪੂਰੀ ਤਵੱਜੋ ਦਿੱਤੀ ਜਾਏਗੀ। ਅੱਛਾ ਡਾਕਟਰ ਸਾਹਿਬ, ਇੱਕ ਇਹਨਾਂ ਦਾ ਵੀ ਕਹਿਣਾ ਜੀ, ਡਾਕਟਰ ਅਰੁਣ ਸ਼ਰਮਾ ਦੇ ਕੁਝ ਜਿਹੜੇ ਡਿਊਜ਼ ਆ ਜਾਂ ਉਹਨਾਂ ਦੇ ਘਰ ਕੋਈ ਵੀ ਲੈਣ ਨਹੀਂ ਗਿਆ, ਉਹਨਾਂ ਨੂੰ ਕਰੋਨਾ ਵਾਇਰਸ ਦਾ ਹਜੇ ਤੱਕ ਖਿਤਾਬ ਨਹੀਂ ਦਿੱਤਾ ਗਿਆ। ਉਹ ਸਰਕਾਰ ਪੱਧਰ ਤੇ ਜਿਹੜਾ ਸੀ ਕਰੋਨਾ ਵਾਇਰਸ ਦਾ ਖਿਤਾਬ ਬਣਨਾ ਸੀ, ਪਰ ਜਿਹੜੇ ਸਾਡੇ ਸਿਵਲ ਸਰਜਨ ਵੱਲੋਂ ਬਣਦੇ ਡਿਊਜ਼ ਨੇ ਉਹ ਮੈਂ ਫਾਈਲਾਂ ਜਿਹੜੀਆਂ ਨੇ ਬੁਲਾ ਕੇ ਸੰਬੰਧਿਤ ਸਟਾਫ ਨੂੰ, ਮੇਰੇ ਕੋਲ ਏਸੀ ਸਾਹਿਬ ਖੜੇ ਨੇ ਡਾਕਟਰ ਅਮਰਜੀਤ ਸਿੰਘ ਜੀ, ਅਸੀਂ ਉਹ ਪ੍ਰਾਇੋਰਟੀ ਤੇ ਜਿਹੜੇ ਉਹਨਾਂ ਦੇ ਡਿਊਜ਼ ਆ ਉਹਦੇ ਲਈ ਜੋ ਪ੍ਰੋਸੈਸਿੰਗ ਬਣਦੀ है ਉਹਨੂੰ कर रहे हैं। ये थे सिविल सर्जन डॉक्टर चरणजीत सिंह। इनका कहना है कि जब इनकी बारी आएगी जब इंजेक्शन जरूर है। हमारे साथ सहायक सिविल सर्जन है डॉक्टर अमरजीत सिंह, इनसे बात करते हैं इन्होंने एज ए वॉलंटियर इंजेक्शन क्यों नहीं लगवाया। डॉक्टर साहब, तुम एज ए वॉलंटियर इंजेक्शन क्यों लगवाया? सर, आई एम हाईली इम्यूनो कम्प्रोमाइज, मुझे लिवर सिरोसिस है, हाइपोथायराइडिज्म है, डायबिटिक है और इसके लिए कॉन्ट्राइंडिकेटेड है। मतलब तो आप क्या मैसेज देना चाहते हैं फिर? मैसेज ये देना कि दिस वैक्सीन इज टोटली सेफ। हमारे आज 4 डॉक्टरों ने लगवा ली, 5 डॉक्टरों ने लगवाई है, दूसरे 2 लेबॉरेटरी टेक्नीशियन ने लगवाई है।
तो डरे नहीं, आगे आए। और ये सरकार की तो बहुत अच्छा उपराला है, अभी फ्री में लग रही है, तो लोगों को आगे आके लगानी चाहिए। हमारे साथ सरकारी मेडिकल कॉलेज के प्रिंसिपल हैं डॉक्टर राजीव देवगन से बात करते हैं कि क्या ये आप खुद इंजेक्शन लगवाने जा रहे हैं कोरोना का? बिल्कुल जी, आज हम इस मुहिम की शुरुआत कर रहे हैं और बीइंग हेड ऑफ द इंस्टीट्यूट मैं पहले नंबर पे आज अभी अपने वहाँ पे जाके इसकी शुरुआत करेंगे और बाकी भी हमारे फैकल्टी मेंबर भी रेडी हैं जी लगवाने के लिए। और आम लोगों को भी जो भी जिनकी आगे टर्न आएगी जो उनसे भी ये अपील है कि ये वैक्सीन लगवाएं और इस वैक्सीन से ही पूरी डिजीज़ का साइकिल ख़त्म होगा और इस बीमारी पे हम फतेह पा सकेंगे। डॉक्टर साहब, आप पहला इंजेक्शन खुद को लगवाएंगे फिर शुरुआत करेंगे? जी हाँ जी, फर्स्ट इंजेक्शन हम खुद लगवाएंगे जी और विल सेट एन एग्जांपल एंड डिस्पेल ऑल द जो फियर मॉन्गरिंग जो चल रही हैं, अफवाहें चल रही हैं, उन पे थोड़ा सा लगाम भी लगेगा। एंड और वैसे भी ये सेफ़ है, इस पर जो भी गवर्नमेंट की गाइडलाइंस हैं उसके हिसाब से ही है। हाँ, अगर किसी की कोई कंट्राइंडिकेशन है तो उसको पहले ही स्क्रीन आउट किया जाएगा। प्रेग्नेंट वुमेन, लैक्टेटिंग मदर्स या फिर जो लोग ब्लड थिनर्स ले रहे हैं, कुछ ऐसी दवाएं ले रहे हैं, उनको छोड़ के बाकी सबके लिए जो है सेफ़ है और प्रॉपर मेडिकल हिस्ट्री और सब कुछ जो है वो लेके ही इसको लगाया जाएगा। हमारे साथ गुरु नानक देव अस्पताल के मैडिकल सुपरडेंट डॉक्टर जे.पी. अत्री हैं, इनसे बात करें। डॉक्टर साहब, क्या तुसी आज इंजेक्शन लगवाने जा रहे हो? कोरोना दा शुरुआत हो रही है। हाँ सर, मैं आपने देखा ही बहुत ਸਾਰੇ ਸਾਡੇ ਸਟਾਫ ਔਰ ਸਾਡੇ ਪੈਰਾਮੈਡੀਕਲ ਸਟਾਫ ਐਂਡ ਫੈਕਲਟੀ ਮੈਂਬਰ 'ਚ ਬੜਾ ਉਹਦੇ ਮਨ 'ਚ ਫੀਅਰ ਫੈਕਟਰ ਸੀ ਇੱਕ ਕਿ ਪਤਾ ਨਹੀਂ ਕੀ ਹੋਏਗਾ। ਇਸ ਕਰਕੇ ਮੈਂ ਇਹ ਸੋਚਿਆ ਕਿ ਮੈਂ ਵੀ ਪ੍ਰਿੰਸੀਪਲ ਦੇ ਤੋਂ ਬਾਅਦ ਮੈਂ ਸੈਕੰਡ ਪਰਸਨ ਹੋਵਾਂਗਾ। ਅਸੀਂ ਪਹਿਲਾਂ ਸ਼ੁਰੂਆਤ ਕਰੀਏ ਤਾਂ ਕਿ ਲੋਕਾਂ ਦੇ ਵਿੱਚ ਇੱਕ ਚੰਗਾ ਸੁਨੇਹਾ ਜਾਵੇ। ये देखिए, ये थे सरकारी मेडिकल कॉलेज के प्रिंसिपल डॉक्टर अजीत देवगन और गुरु नानक देव अस्पताल के मेडिकल सुपरडेंट डॉक्टर जे.पी. अत्री। इनका कहना है कि लोगों में संदेश देने के लिए और उन्हें जागरूक करने के लिए ये गुरु नानक देव अस्पताल में जो आज कोरोना के वैक्सीन की शुरुआत हो रही है, पहली डोज प्रिंसिपल डॉक्टर अजीत देवगन लगवाएंगे और दूसरी डोज है डॉक्टर जे.पी. अत्री जो गुरु नानक देव अस्पताल के मेडिकल सुपरडेंट है वो लगाएं। इनसे उन लोगों को भी सबक लेना चाहिए जो सेहत विभाग में प्रोग्राम अधिकारी हैं, वो आज इंजेक्शन लगवाने के लिए आगे नहीं आए। सिविल सर्जन ने तो ये कह दिया है कि वो कोई मेडिसिन ले रहे हैं इसलिए वो इंजेक्शन नहीं लगाएंगे, लेकिन जब उनकी टर्न आएगी वो ये इंजेक्शन जरूर लगवाएंगे। हम भी अपने चैनल के माध्यम से लोगों को यही संदेश देना चाहते हैं कि जिस तरह कैबिनेट मंत्री ओम प्रकाश सोनी, मुख्यमंत्री कैप्टन अमरिंदर सिंह और तमाम अधिकारियों ने ये कहा है कि ये इंजेक्शन कोरोना का पूरी तरह से सेफ है, वह लोग इस इंजेक्शन को लगवाने के लिए आ गए हैं। जिनकी लिस्ट तैयार की गई है, पहले ये इंजेक्शन उन्हें लगाए जाएंगे, बाद में दूसरे फेज में दूसरे लोगों को भी लगाए जाएंगे। हमारा लोगों को ये समझाने का यही मकसद था कि ये वैक्सीन पूरी तरह से सेफ है, आप इसे लगवाएं और कोरोना को भगाएं। अमृतसर से D4 न्यूज़ के लिए दीपक भंडारी की खास रिपोर्ट।